ਸਤਿਕਾਰ ਨੀਨ ਪ੍ਰਣਾਮ ਨਮਸਕਾਰ। ਮੈਂ ਮਹਿੰਦਰ ਬਿਸ਼ਨੋਈ ਕਲਮ ਅਕੈਡਮੀ ਪੰਜਾਬ ਦੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਜਿਸ ਪ੍ਰਕਾਰ ਆਪਾਂ ਨੂੰ ਪਤਾ ਹੈ ਕਿ ਆਪਾਂ ਪੰਜਾਬ ਲਾਇਬ੍ਰੇਰੀ ਦੇ ਵਾਸਤੇ ਡੈਮੋ ਸ਼ੁਰੂ ਕਰ ਰੱਖੇ ਨੇ YouTube ਚੈਨਲ ਤੇ। ਇਸ ਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਚੌਥਾ ਟੌਪਿਕ ਲੈ ਕੇ ਆਇਆ। ਅੱਜ ਦੇ ਟੌਪਿਕ ਦਾ ਨਾਮ ਹੈ ਸੂਚਨਾ ਸਰੋਤ ਇਨਫੋਰਮੇਸ਼ਨ ਸੋਰਸਸ। ਇਨਫੋਰਮੇਸ਼ਨ ਸੋਰਸਸ ਇਹੋ ਜਿਹਾ ਟੌਪਿਕ ਹੈ ਜੋ ਹਰ ਇੱਕ ਐਗਜ਼ਾਮ ਦੇ ਵਿੱਚ, ਚਾਹੇ KVS ਹੋਏ, ਚਾਹੇ NVS ਹੋਏ, ਚਾਹੇ ਸਟੇਟ ਲੈਵਲ ਦਾ ਐਗਜ਼ਾਮ ਹੋਏ, ਲਗਭਗ ਇੱਕ ਕੁਐਸਚਨ ਜਾਂ ਦੋ ਕੁਐਸਚਨ ਇਹਦੇ ਵਿੱਚੋਂ ਬਣਦੇ ਨੇ। ਬਹੁਤ ਵਧੀਆ ਟੌਪਿਕ ਹੈ ਤੇ ਮੈਂ ਇਹਦੇ ਬਾਰੇ ਵਿੱਚ ਤੁਹਾਨੂੰ ਬਹੁਤ ਵਿਸਤਾਰਪੂਰਵਕ ਹੈ ਉਹ ਕਰਾਵਾਂਗਾ। ਚਲੋ ਅੱਜ ਦਾ ਆਪਾਂ ਟੌਪਿਕ ਆਪਣਾ ਸਟਾਰਟ ਕਰਦੇ ਹਾਂ। ਅੱਜ ਦੇ ਟੌਪਿਕ ਦਾ ਨਾਮ ਹੈ ਸੂਚਨਾ ਸਰੋਤ ਇਨਫੋਰਮੇਸ਼ਨ ਸੋਰਸਸ ਦੀ। ਸੂਚਨਾ ਦੇ ਵਿੱਚ ਆਪਾਂ ਗੱਲ ਕਰੀਏ, ਇਸੇ ਸੂਚਨਾ ਨੂੰ ਆਪਾਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਜੇ ਮਤਲਬ ਕਿ ਡਾਕੂਮੈਂਟਰੀ ਸੋਰਸਸ ਔਰ ਨੋਨ ਡਾਕੂਮੈਂਟਰੀ ਸੋਰਸਸ। ਬਕਾਇਦਾ ਆਪਣੇ ਸਿਲੇਬਸ ਦੇ ਵਿੱਚ ਇਹ ਟੌਪਿਕ ਹੈ ਜੀ। ਲਾਇਬ੍ਰੇਰੀ ਪ੍ਰਲੇਖਾਂ ਨੂੰ ਭੌਤਿਕ ਵਿਸ਼ੇਸ਼ਤਾਵਾਂ ਅਤੇ ਸੂਚਨਾ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵੰਡਿਆ ਜਾਂਦਾ ਹੈ। ਮਤਲਬ ਭੌਤਿਕ ਵਿਸ਼ੇਸ਼ਤਾਵਾਂ ਮਤਲਬ ਗੱਲ ਕਰੀਏ ਫਿਜ਼ੀਕਲ ਰੂਪ ਦੇ ਵਿੱਚ, ਅਤੇ ਇਸੇ ਨੂੰ ਹੀ ਇਨਫੋਰਮੇਸ਼ਨ ਰੂਪ ਦੇ ਵਿੱਚ ਜੋ ਹੈ ਵੰਡਿਆ ਜਾਂਦਾ ਹੈ। ਇੱਥੇ ਆਪਾਂ ਗੱਲ ਕਰੀਏ ਭਵਿੱਖ ਦੇ ਵਿੱਚ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸੂਚਨਾ ਸਰੋਤਾਂ ਨੂੰ ਭੌਤਿਕ ਆਧਾਰ ਉੱਤੇ ਵੰਡਿਆ ਸੀ। ਕਿਸ ਆਧਾਰ ਤੇ? ਸਿੱਧਾ ਕੁਐਸਚਨ ਦੀ ਇਹ ਬਣੇ ਕਿ ਸੂਚਨਾ ਸਰੋਤਾਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਵਿਅਕਤੀ ਨੇ ਜੋ ਹੈ ਭੌਤਿਕ ਆਧਾਰ ਤੇ ਵੰਡਿਆ ਸੀ, ਫਿਜ਼ੀਕਲ ਆਧਾਰ ਤੇ ਵੰਡਿਆ ਸੀ? ਤਾਂ ਉਸ ਦਾ ਉੱਤਰ ਹੈ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਹੈ। ਤਾਂ ਭੌਤਿਕ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਵਿਸ਼ਵ ਦੇ ਵਿੱਚ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਸੂਚਨਾ ਸਰੋਤਾਂ ਨੂੰ ਭੌਤਿਕ ਵਿਸ਼ੇਸ਼ਤਾਵਾਂ ਦੇ ਆਧਾਰ, ਕਿਸ ਦੇ ਆਧਾਰ ਤੇ? ਭੌਤਿਕ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵੰਡਿਆ ਸੀ। ਤੇ ਉਹਨਾਂ ਨੇ ਕੁੱਲ 4 ਪ੍ਰਕਾਰ ਦੱਸੇ ਸਨ। ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਸੂਚਨਾ ਸਰੋਤਾਂ ਨੂੰ ਕੁੱਲ 4 ਭਾਗਾਂ ਵਿੱਚ ਵੰਡਿਆ ਸੀ। ਇਸ ਵਿੱਚ ਆਪਾਂ ਇਹਨਾਂ ਦੇ 4 ਭਾਗ ਹੈ ਉਹ ਬਹੁਤ ਵਿਸਤਾਰ ਨਾਲ ਪੜਾਂਗੇ। ਗੱਲ ਕਰੀਏ ਆਪਾਂ ਇਹਨਾਂ ਦਾ ਪਹਿਲਾ ਭਾਗ। ਡਾਕਟਰ ਐਸ.ਆਰ. ਰੰਗਾਨਾਥਨ ਨੇ ਕੁੱਲ, ਇਹ ਜੋ ਕੁੱਲ ਵਾਲਾ ਹੈ ਬਈ ਇਹ ਗਿਣਤੀ ਵਿੱਚ ਆਪਾਂ ਗੱਲ ਕਰੀਏ ਤਾਂ ਇਹ ਕੁਛ ਰਾਜਸਥਾਨ ਲਾਇਬ੍ਰੇਰੀ ਦੇ ਵਿੱਚ ਬਣਿਆ ਸੀ। ਤੇ ਕੁੱਲ ਦੇ ਵਿੱਚ ਆਪਾਂ ਗੱਲ ਕਰੀਏ ਕਿੰਨੇ ਪ੍ਰਕਾਰ? 4 ਪ੍ਰਕਾਰ। ਇਹ ਜੇ ਆਪਣਾ ਪ੍ਰਲੇਖ ਹੈ ਲਾਇਬ੍ਰੇਰੀ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਪ੍ਰਲੇਖ ਹੁੰਦੇ ਨੇ। ਸਭ ਤੋਂ ਪਹਿਲਾਂ ਕੀਤਾ ਹੈ ਕਨਵੈਨਸ਼ਨਲ ਡਾਕੂਮੈਂਟਸ, ਦੂਜਾ ਸੀ ਨਿਓ ਕਨਵੈਨਸ਼ਨਲ, ਤੀਜਾ ਸੀ ਨੌਨ ਕਨਵੈਨਸ਼ਨਲ ਅਤੇ ਚੌਥਾ ਸੀ ਮੈਟਾ ਡਾਕੂਮੈਂਟਸ ਦੀ। ਕਨਵੈਨਸ਼ਨਲ ਡਾਕੂਮੈਂਟ ਕਿਹੜੇ ਹੁੰਦੇ ਨੇ? ਇਹੋ ਜਿਹੇ ਪ੍ਰਲੇਖ ਜਾਂ ਇਹੋ ਜਿਹੇ ਡਾਕੂਮੈਂਟਸ ਜੋ ਜਿਸ ਸਮੇਂ ਉਹਨਾਂ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਵੀ ਉਸੇ ਹੀ ਰੂਪ ਦੇ ਵਿੱਚ ਪਾਏ ਜਾਂਦੇ ਹਨ। ਉਹਨਾਂ ਨੂੰ ਕਨਵੈਨਸ਼ਨਲ ਡਾਕੂਮੈਂਟਸ ਜਾਂ ਪਰੰਪਰਾਗਤ ਪ੍ਰਲੇਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਵਿੱਚ ਇਸ ਸ਼੍ਰੇਣੀ ਵਿੱਚ ਸਭ ਤੋਂ ਪੁਰਾਣੇ ਪ੍ਰਲੇਖ ਆਉਂਦੇ ਨੇ, ਸਭ ਤੋਂ ਪੁਰਾਣੇ ਪ੍ਰਲੇਖ ਆਉਂਦੇ ਨੇ ਜੋ ਅੱਜ ਵੀ ਉਸੇ ਹੀ ਰੂਪ ਦੇ ਵਿੱਚ ਪਾਏ ਜਾਂਦੇ ਨੇ, ਜੋ ਲਿਖਿਤ ਜਾਂ ਪ੍ਰਿੰਟਡ ਰੂਪ ਦੇ ਵਿੱਚ ਹੁੰਦੇ ਨੇ। ਜੇ ਆਪਾਂ ਗੱਲ ਕਰੀਏ ਬੁੱਕਸ, ਪੀਰੀਓਡਿਕਲ, ਮੈਪ, ਐਟਲਸ, ਇਹ ਸਾਰੇ ਕਿਹਨਾਂ ਦੇ ਉਦਾਹਰਨ ਨੇ? ਕਨਵੈਨਸ਼ਨਲ ਡਾਕੂਮੈਂਟਸ ਦੇ ਉਦਾਹਰਨ ਨੇ। ਦੁਬਾਰਾ ਸਮਝਾ ਲਿਓ, ਜੋ ਡਾਕੂਮੈਂਟਸ ਨੇ ਉਹਨਾਂ ਨੂੰ 2 ਆਧਾਰ ਤੇ ਵੰਡਿਆ ਜਾਂਦਾ ਹੈ, ਭੌਤਿਕ ਆਧਾਰ ਪਰ ਅਤੇ ਸੂਚਨਾਵਾਂ ਦੇ ਆਧਾਰ ਤੇ। ਲੇਕਿਨ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਜੋ ਹੈ ਸੂਚਨਾ ਸਰੋਤਾਂ ਨੂੰ, ਇਨਫੋਰਮੇਸ਼ਨ ਸੋਰਸਸ ਨੂੰ ਜੋ ਭੌਤਿਕ ਆਧਾਰ ਤੇ, ਫਿਜ਼ੀਕਲ ਆਧਾਰ ਤੇ ਕੁੱਲ 4 ਭਾਗਾਂ ਵਿੱਚ ਵੰਡਿਆ ਸੀ। ਕਿਹੜੇ ਭਾਗ ਸਨ? ਕਨਵੈਨਸ਼ਨਲ ਡਾਕੂਮੈਂਟਸ, ਨਿਓ ਕਨਵੈਨਸ਼ਨਲ ਡਾਕੂਮੈਂਟਸ, ਨੌਨ ਕਨਵੈਨਸ਼ਨਲ ਡਾਕੂਮੈਂਟਸ ਅਤੇ ਮੈਟਾ ਡਾਕੂਮੈਂਟਸ। ਕਨਵੈਨਸ਼ਨਲ ਡਾਕੂਮੈਂਟਸ ਦੇ ਵਿੱਚ ਕਿਹੋ ਜਿਹੇ ਪ੍ਰਲੇਖ ਆਉਂਦੇ ਨੇ? ਇਹੋ ਜਿਹੇ ਪ੍ਰਲੇਖ ਜੋ ਜਿਸ ਰੂਪ ਦੇ ਵਿੱਚ ਸ਼ੁਰੂ ਹੋਏ ਸੀ ਅੱਜ ਸਾਨੂੰ ਉਸੇ ਹੀ ਰੂਪ ਦੇ ਵਿੱਚ ਪਾਏ ਜਾਂਦੇ ਹਨ। ਉਹ ਕਨਵੈਨਸ਼ਨਲ ਜਾਂ ਪਰੰਪਰਾਗਤ ਪ੍ਰਲੇਖਾਂ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ। ਜਿਵੇਂ ਬੁੱਕ ਪ੍ਰਿੰਟਡ ਰੂਪ ਦੇ ਵਿੱਚ, ਪ੍ਰਿੰਟਡ ਦੇ ਰੂਪ ਵਿੱਚ ਇਸ ਦੇ ਵਿੱਚ ਵੀ ਸ਼ਾਮਿਲ ਆਉਂਦੇ ਨੇ, ਜਾਂ ਲਿਖਿਤ ਰੂਪ ਦੇ ਵਿੱਚ ਆਉਂਦੇ ਨੇ। ਜੇ ਪੁਰਾਣੇ ਰੂਪ ਦੇ ਆਪਾਂ ਗੱਲ ਕਰੀਏ ਵੇਦ, ਪੁਰਾਣ, ਸ਼ਾਸਤਰ ਜੋ ਵੀ ਹੈ ਇਹ ਸਾਰੇ ਚੀਜ਼ ਜਾਂ ਉਹਨਾਂ ਦਾ ਪ੍ਰਿੰਟ ਹੋ ਗਿਆ, ਇਹਨਾਂ ਨੂੰ ਪ੍ਰਿੰਟ ਕਰਕੇ ਉਹ ਉਸੇ ਰੂਪ ਦੇ ਵਿੱਚ ਨੇ। ਜਿਵੇਂ ਬੁੱਕਸ ਹੈ, ਪੀਰੀਓਡਿਕਲ ਹੈ, ਮੈਪ ਹੈ, ਐਟਲਸ ਹੈ, ਇਹ ਸਾਰੇ ਕਨਵੈਨਸ਼ਨਲ ਦੀ ਸ਼੍ਰੇਣੀ ਦੇ ਵਿੱਚ ਸ਼ਾਮਿਲ ਇਹਨਾਂ ਪ੍ਰਲੇਖਾਂ ਨੂੰ ਕੀਤਾ ਜਾਂਦਾ ਹੈ। ਦੂਜੀ ਗੱਲ ਆਪਾਂ ਕਰੀਏ ਨਿਓ ਕਨਵੈਨਸ਼ਨਲ, ਨੌਨ ਕਨਵੈਨਸ਼ਨਲ, ਇਸ ਸ਼੍ਰੇਣੀ ਦੇ ਵਿੱਚ ਪਰੰਪਰਾਗਤ ਪ੍ਰਲੇਖ ਆਉਂਦੇ ਨੇ। ਦੇਖੋ ਇਸ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਕਨਵੈਨਸ਼ਨਲ ਤੇ ਨਿਓ ਕਨਵੈਨਸ਼ਨਲ ਦੇ ਵਿੱਚ। ਕਨਵੈਨਸ਼ਨਲ ਦੇ ਵਿੱਚ ਵੀ ਪਰੰਪਰਾਗਤ ਆਉਂਦੇ ਨੇ ਅਤੇ ਨਿਓ ਕਨਵੈਨਸ਼ਨਲ ਦੇ ਵਿੱਚ ਵੀ ਜੋ ਹੈ ਪਰੰਪਰਾਗਤ ਹੀ ਆਉਂਦੇ ਨੇ। ਲੇਕਿਨ ਇਸ ਦੇ ਵਿੱਚ ਜੋ ਕਨਵੈਨਸ਼ਨਲ ਦੇ ਵਿੱਚ ਹਰ ਇੱਕ ਪ੍ਰਕਾਰ ਦੀ ਸੂਚਨਾ ਸ਼ਾਮਿਲ ਕੀਤੀ ਜਾਂਦੀ ਹੈ
लेकिन नियो कन्वेंशनल ਦੇ ਵਿੱਚ ਹੈ जो विशेष प्रकार की सूचना इस ਦੇ ਵਿੱਚ शामिल की जाती है। ये दोवां ਵਿੱਚ अंतर है। इसमें पढ़ लेने ਆਪਾਂ। इस श्रेणी ਵਿੱਚ परंपरागत प्रलेख आउंदे ਹਨ जो जिस रूप ਦੇ ਵਿੱਚ जो डॉक्यूमेंट शुरू होए सी ਉਹੀ ਅੱਜ इसी रूप ਦੇ ਵਿੱਚ पाए ਜਾਂਦੇ ਹਨ, परंतु फर्क की है जो ਅੱਜ भी उसे ही रूप ਵਿੱਚ पाए ਜਾਂਦੇ जो लिखित ਜਾਂ ਪ੍ਰਿੰਟਡ ਹੁੰਦੇ। ਇੰਨੀ ਇਹ ਗੱਲ ਸਾਰਿਆਂ ਦੇ ਵਿੱਚ ਦੋਵਾਂ ਵਿੱਚ ਲਾਗੂ ਹੁੰਦੀ ਹੈ, परंतु इस प्रकार के प्रलेखों में विशेष प्रकार की, ये चीज़ अलग है, इस विशेष प्रकार की सूचना आती है। इस हर एक प्रकार की सूचना आती है, लेकिन जो है नियो कन्वेंशनल दे विच विशेष प्रकार की सूचना को शामिल किया जाता है। जिस दे विच आपां गल करिए स्टैंडर्ड्स, पैटर्न्स, डेटा एस्ट्रा, इस दे विच ये जो स्टैंडर्ड्स ने, पैटर्न्स ने, डेटा ने, इस दे विच विशेष प्रकार की सूचना आती है तो इसनूं नियो कन्वेंशनल की श्रेणी दे विच शामिल किया जाता है। अगे आपां गल करिए, अगे गल आ रही है नॉन कन्वेंशनल की। नॉन कन्वेंशनल की नॉन कन्वेंशनल की आपां गल करिए जो है नॉन कन्वेंशनल की गल करिए आपां, नॉन कन्वेंशनल की आपां गल इस विच करिए नॉन कन्वेंशनल डॉक्यूमेंट्स इस प्रकार के प्रलेख लिखित या प्रिंटेड रूप दे विच नहीं होंगे। इस दे विच की हुंदा है नॉन कन्वेंशनल दे विच किहो जिहे प्रलेख शामिल किए जाते हैं जो लिखित या प्रिंटेड रूप दे विच नहीं होंगे। ये इस विच आधुनिक प्रकार के आउंदे। आधुनिक प्रकार दे विच आपां गल करिए ऑडियो वीडियो विजुअल्स, ऑडियो वीडियो विजुअल्स, CD DVD वगैरह इन्हों आपां है जो शामिल इस दे विच कर सकते हैं। इस दे विच आ गई CD आ गई, DVD आ गई, ये सारे जो है अज दे प्रकार के प्रलेख होंगे ने, इन्हों नॉन कन्वेंशनल की श्रेणी दे विच रखा जाता है। इस प्रकार के प्रलेख लिखित या प्रिंटेड रूप दे विच नहीं होंगे। इस विच आधुनिक प्रकार की सूचना के प्रलेख इस दे विच शामिल किए जाते हैं जो कंप्यूटरीकरण के रूप में होंगे ने, मतलब जो कंप्यूटराइज्ड होंगे ने। इस दे विच आपां जिवें ऑडियो विजुअल्स, माइक्रोफोन्स, CD DVD इन्हों आपां पेन ड्राइव वगैरह इस दे विच शामिल है जो कर सकते हैं। अगे आते हैं मेटा डॉक्यूमेंट्स। इस प्रकार के वो प्रलेख आते हैं जो प्रिंटेड रूप के नहीं होंगे। देखो प्रिंटेड रूप तो इस भी नहीं होंगे, लेकिन इस कंप्यूटरीकृत आ जाते हैं। लेकिन मेटा डॉक्यूमेंट्स वो होंगे ने जो मानव मस्तिष्क के मानव के व्यक्ति के मत्थे के सीधा इफैक्ट पाते हैं, उन्होंने मेटा डॉक्यूमेंट्स कहा जाता है। जिस आप गल करिए इंस्ट्रूमेंट टैक्नोलॉजी, फोटोग्राफी को शामिल है जो किया जाता है। मैं तुम्हें दोबारा समझा देना हाँ। अज का अपना टॉपिक है सूचना स्रोत, इन्फॉर्मेशन सोर्सिस, जिन्होंने दो भागों से वंडिया जाता है, भौतिक आधार से सूचना के आधार से। पहला आप पढ़ रहे हैं भौतिक आधार से। डॉक्टर शाली रामामृता, रंगानाथन अय्यर इहो जिहे व्यक्ति सन जिन्होंने सूचना स्रोतों भौतिक आधार से मतलब फिजिकल आधार से इन्हों का विभाजन किया। इन्हों कुल 4 भागों में वंडिया सी। किहड़े सी? कन्वेंशनल, नियो कन्वेंशनल, नॉन कन्वेंशनल और मेटा डॉक्यूमेंट्स की श्रेणी में इन्हों रखा जाता है। कन्वेंशनल किहड़े होंगे ने जो परंपरागत होंगे ने जो अज भी उस रूप के पाए जाते हैं, जिवें बुक्स, पीरियोडिकल, मैप, एड्रैस। इस तो बाद नियो कन्वेंशनल वो भी परंपरागत होंगे ने उसी रूप के पाए जाते हैं, लेकिन उस विशेष रूप प्रकार की सूचना होंगी है। नॉन कन्वेंशनल जो आधुनिक होंगे ने जो कंप्यूटराइज्ड होंगे ने उन्होंने कहा जाता है। इस आप गल करिए तो CD DVD पेन ड्राइव, ऑडियो विजुअल इस शामिल कर सकते हैं। मेटा डॉक्यूमेंट्स वो भी प्रिंटेड रूप के नहीं होंगे, लेकिन जो मानव मस्तिष्क से सीधा प्रभाव पाते हैं, व्यक्ति के मत्थे उत्ते सीधा प्रभाव पाते हैं, उन्होंने मेटा डॉक्यूमेंट्स कहा जाता है। इस आप गल करिए इंस्ट्रूमेंट टैक्नोलॉजी, फोटोग्राफी आदि को शामिल किया जाता है। अगे गल करिए दूसरा विभाजन है इसका सूचना के आधार पर वर्णन। दो व्यक्ति इहो जिहे सन जिन्होंने इन्हों सूचना के आधार पर वंडिया सी। एक नाम से ग्रोगन जिन्होंने सूचना प्रलेखों को 3 प्रकार इन्हों के 3 प्रकार दसे ने, प्राइमरी, सैकेंडरी, टर्टियरी, मतलब 3 प्रकार सन। जिस किताब के इन्होंने 3 का विभाजन किया सी उस किताब का नाम है साइंस एंड टैक्नोलॉजी एन इंट्रोडक्शन टू द लिटरेचर। 1982 ईस्वी के प्रकाशित की गई सी। किसी को दोबारा समझ लो। दूसरा जिहड़ा विभाजन सी सूचना उन्हों का इन्फॉर्मेशन सोर्सिस ने उन्हों का जो है सूचना के आधार पर इन्हों का जो है विभाजन किया गया सी। 2 व्यक्ति सन जिन्होंने लाइब्रेरी के प्रलेखों को सूचना के आधार पर वंडिया सी। एक का नाम ग्रेगन सी। इन्होंने सूचना स्रोतों को कुल 3 प्रकार दसे सन। किहड़े सन? प्राइमरी, सैकेंडरी, टर्टियरी, मतलब तीजा प्रकार।
इस जिन्हां दी किताब दे विच इन्हां ने वर्णन किया है, उस किताब का नाम है साइंस एंड टैक्नोलॉजी एंड इंट्रोडक्शन टू द लिटरेचर। 1982 ईस्वी दे विच इह किताब नूं प्रकाशित किया गया सी। अगे आपां नैक्सट करते हैं नैक्सट ये आप पढ़ीए तो दूजा विभाजन दिता सी हैनसन ने। किन्हां ने दिता सी? हैनसन ने यह विभाजन दिता सी ने सूचना विभागां नूं दो भागां विच वंडिया है, प्राइमरी अते सैकेंडरी। थोड़ा प्राइमरी सैकेंडरी टैरिटरी उत्ते मैं तुहानूं गल समझा देना। प्राइमरी वो प्रलेख होंदे ने जो मूल प्रलेख होंदे ने, सैकेंडरी प्रलेख वो होंदे ने जिन्हां तों प्राइमरी तो संशोधन करके बनाया जाता है, अते तीजा प्रकार वो होंदा है जिस विच प्राइमरी प्रलेख ਅਤੇ ਸੈਕੰਡਰੀ ਪ੍ਰਲੇਖਾਂ ਨੂੰ ਸ਼ਾਮਿਲ ਹੈ ਜੋ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰੀਏ, ਹੈਨਸਨ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸੂਚਨਾ ਸਰੋਤਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ, ਪ੍ਰਾਇਮਰੀ ਅਤੇ ਸੈਕੰਡਰੀ ਪ੍ਰਲੇਖ। ਇਹਨਾਂ ਦੀ ਕਿਤਾਬ ਦਾ ਨਾਮ ਸੀ ਇੰਟਰੋਡਕਸ਼ਨ ਟੂ ਸਾਇੰਸ ਇਨਫੋਰਮੇਸ਼ਨ ਬਰਕ ਦੇ ਵਿੱਚ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਇਸ ਦੇ ਵਿੱਚ ਆਪਾਂ ਗੱਲ ਕਰੀਏ, ਦੇਖੋ ਕਈ ਵਾਰ ਇਹ ਕੁਐਸਚਨ ਪੁੱਲ ਹੇਠ ਲਿਖਿਆ ਵਿੱਚੋਂ ਕਿਸ ਵਿਅਕਤੀ ਨੇ ਸੂਚਨਾ ਸਰੋਤਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ। ਦੋ ਭਾਗਾਂ ਦਾ ਗੱਲ ਕਰੀਏ ਤਾਂ ਹੈਨਸਨ ਆਉਂਦਾ ਹੈ ਤੇ ਤਿੰਨ ਭਾਗਾਂ ਦਾ ਗੱਲ ਕਰੀਏ ਗ੍ਰੈਗਨ ਆਉਂਦਾ। ਇੱਥੇ ਮੈਂ ਇੱਕ ਬਹੁਤ ਸੋਹਣੀ ਉਦਾਹਰਨ ਦੇਣਾ ਕਿ ਸਾਰੇ ਵਿਅਕਤੀ ਸਟੂਡੈਂਟ ਸਮਝਦੇ ਨੇ ਇਸ ਨੂੰ। ਵੀ ਆਪਾਂ ABCD ਪੜ੍ਹੀਏ ਤਾਂ G ਪਹਿਲਾਂ ਆਉਂਦਾ ਹੈ ਤੇ H ਪਹਿਲਾਂ ਆਉਂਦਾ ਹੈ। ਸਾਰਿਆਂ ਨੇ ਲੰਗਰ ਛਕਿਆ ਹੋਣਾ ਹੈ ਸਾਰਿਆਂ ਨੇ, ਠੀਕ ਹੈ। ਲੰਗਰ ਦੇ ਵਿੱਚ ਕੀ ਹੈ, ਜਦੋਂ ਆਪਾਂ ਲੰਗਰ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਜੋ ਲੰਗਰ ਜ਼ਿਆਦਾ ਉਹਨੂੰ ਹੀ ਮਿਲਦਾ ਹੈ। ਇੱਕ ਐਗਜ਼ਾਮਪਲ ਹੈ, ਮਤਲਬ ਸਪੋਜ਼ ਕਰਦੇ ਹਾਂ ਲੱਡੂ ਵੰਡੇ ਜਾ ਰਹੇ ਸੀ, ਉੱਥੇ ਆਪਾਂ ਲੱਡੂ ਬਹੁਤ ਸਾਰੀ ਭੀੜ ਇਕੱਠੀ ਹੋਈ ਹੈ, ਉਸ ਦੇ ਵਿੱਚ ਲੱਡੂ ਉਹਨੂੰ ਜ਼ਿਆਦਾ ਮਿਲਣਗੇ ਜਿਹੜਾ ਪਹਿਲਾਂ ਜਾਂਦਾ ਹੈ। ਕੀ ਕਰਦਾ ਹੈ? ਜਿੰਨਾ ਪਹਿਲਾਂ ਜਾਂਦਾ ਹੈ। ਇਸ ਦੇ ਵਿੱਚ ਇਹ ਦੋਵੇਂ ਭੱਜੇ ਜੀ, ਗ੍ਰੈਗਨ ਅਤੇ ਹੈਨਸਨ ਦੋਵੇਂ। ਗ੍ਰੈਗਨ ਪਹਿਲਾਂ ਪਹੁੰਚ ਗਿਆ ਤਾਂ ਇਹਨੂੰ 3 ਲੱਡੂ ਮਿਲੇ। ਇਹ ਮੇਰੇ ਤਰ੍ਹਾਂ ਕਮਜ਼ੋਰ ਸੀ ਵਿਚਾਰਾ ਹੈਨਸਨ, ਇਹਨੂੰ 2 ਹੀ ਲੱਡੂ ਮਿਲੇ। ਇਸ ਲਈ ਆਪਾਂ ਇਹ ਯਾਦ ਰੱਖ ਸਕਦੇ ਹਾਂ, ਗ੍ਰੈਗਨ ਨੇ ਸੂਚਨਾ ਸਰੋਤਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਹੈ, ਪਹਿਲਾ, ਦੂਜਾ ਅਤੇ ਤੀਜਾ ਭਾਗ। ਅਤੇ ਹੈਨਸਨ ਨੇ ਪ੍ਰਾਇਮਰੀ ਅਤੇ ਸੈਕੰਡਰੀ ਪਹਿਲੇ ਅਤੇ ਦੂਜੇ ਭਾਗਾਂ ਦੇ ਵਿੱਚ ਵੰਡਿਆ ਹੈ। ਅੱਗੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਪ੍ਰਲੇਖ ਕਿਸ ਪ੍ਰਕਾਰ ਆਉਂਦੇ ਨੇ ਜੀ। ਜਿਵੇਂ ਆਪਾਂ ਪ੍ਰਾਇਮਰੀ ਸੋਰਸਿਸ ਕੀ ਹੁੰਦੇ ਨੇ, ਇਹ ਮੌਲਿਕ ਸਰੋਤ ਹੁੰਦੇ ਨੇ। ਕੀ ਹੁੰਦੇ ਨੇ? ਮੂਲ ਪ੍ਰਲੇਖ ਹੁੰਦੇ ਨੇ। ਇਹਨਾਂ ਦੇ ਵਿੱਚ ਆਪਾਂ ਗੱਲ ਕਰੀਏ ਲਗਭਗ ਜੋ ਰਿਸਰਚ ਸੰਬੰਧਿਤ ਖੋਜ ਨਾਲ ਸੰਬੰਧਿਤ ਜਿਹੜੇ ਵੀ ਪ੍ਰਲੇਖ ਹੁੰਦੇ ਨੇ ਉਹ ਮੂਲ ਪ੍ਰਲੇਖ ਹੁੰਦੇ ਨੇ। ਮੌਲਿਕ ਸਰੋਤ ਇਹੋ ਜਿਹੇ ਸਰੋਤ ਜੋ ਨਵੇਂ ਗਿਆਨ ਨੂੰ ਪਹਿਲੀ ਵਾਰ ਪਾਠਕਾਂ ਤੱਕ ਪਹੁੰਚਾਉਂਦੇ ਹਨ। ਇਹਨਾਂ ਵਿੱਚ ਉਹ ਸੂਚਨਾ ਹੁੰਦੀ ਹੈ ਜੋ ਪਹਿਲਾਂ ਪ੍ਰਕਾਸ਼ਿਤ ਨਹੀਂ ਹੁੰਦੀ ਹੈ। ਮਤਲਬ ਗੱਲ ਕਰੀਏ ਆਪਾਂ ਰਿਸਰਚ ਨਾਲ ਸੰਬੰਧਿਤ ਜੋ ਵੀ ਪ੍ਰਲੇਖ ਆਉਣਗੇ ਉਹ ਇਸ ਸ਼੍ਰੇਣੀ ਦੇ ਵਿੱਚ ਰੱਖੇ ਜਾਣਗੇ। ਜੇ ਆਪਾਂ ਗੱਲ ਕਰੀਏ ਥੀਸਿਸ, ਰਿਸਰਚ ਜਰਨਲਸ, ਰਿਪੋਰਟ, ਪੈਟੈਂਟਸ, ਟ੍ਰੇਡ ਲਿਟਰੇਚਰ, ਕਾਨਫਰੰਸ ਪ੍ਰੋਸੀਡਿੰਗਸ ਐਂਡ ਆਫੀਸ਼ੀਅਲ ਪਬਲਿਕੇਸ਼ਨਸ, ਸਟੈਂਡਰਡਸ, हैंड रिटन आर्टिकल जिसनों मैन्यूस्क्रिप्ट कहा जाता है, टैक्सट बुक्स एंड रिसर्च मोनोग्राफ, सब्जैक्ट पीरियोडिकल्स, लेख एसे, समाचार पत्र, इन्हों सारिया किन्ना श्रेणी में रखा जाता। दोबारा समझ लो, प्राइमरी प्रलेख की होंगे ने मौलिक स्रोत जिन्होंने कहा जाता है, यहो जे स्रोत जो नवे ज्ञान को पहली बार पाठकों तक पहुँचाते हैं। इन्हों वो सूचना होंगी है जो पहला प्रकाशित हुई हुई नहीं होंगी, जिवें थीसिस, रिसर्च जर्नल, रिपोर्ट, पेटेंट्स, ट्रेड लिटरेचर, कॉन्फ्रेंस प्रोसीडिंग एंड ऑफिशियल पब्लिकेशन, स्टैंडर्ड हैंड रिटन आर्टिकल्स जिसमें मैन्यूस्क्रिप्ट कहा जाता है, टेक्स्ट बुक एंड रिसर्च मोनोग्राफ, सब्जैक्ट पीरियोडिकल, लेख रचना, समाचार पत्र। अगे आप गल करिए इस समाचार पत्र हो गया, नासा रिपोर्ट होगी, ये सारे इन्हों इस श्रेणी दे विच जो है मन्निया जाता है प्राइमरी आउंदे ने। इस तो बाद ये ट्रेड रिपोर्ट होगी, कंप्रीहेंसिव पंपलेट्स एंड वाउचर्स, इन्हां सारियां नूं प्राइमरी श्रेणी में शामिल। इत्थे विचों कई क्वेश्चन बनया जाता है, लिखियां विचों किहड़ा प्राइमरी स्रोत नहीं है, हेठ लिखियां विचों किहड़ा सैकेंडरी स्रोत नहीं है। ये बढ़िया क्वेश्चन इन्हां विचों बनते हैं। जिन्हां दा प्रकाशन नहीं किया जाता वो भी मौलिक स्रोत होंदे ने, जिवें कंपनी की फाइल होगी, चिट्ठी पत्र हो गया, डायरी होगी, मौखिक इतिहास हो गया, शिलालेख हो गया, सिक्के हो गए, चित्र हो गए, हथों लिखे हुए वेरवे हो गए। ये सारे प्राइमरी सोर्सिस के विच शामिल किया जाता है। हालांकि ये इहो जे प्रकार ने जिन्हां दा पब्लिकेशन या प्रकाशन नहीं किया जाता। अगे आप गल करिए सैकेंडरी स्रोत, गौण स्रोत भी कहा जाता है, वो होंदे ने जो मौलिक स्रोतों तो इकट्ठे किए जाते हैं। ये मौलिक का शुद्ध रूप होंदे ने, ये संख्या में सब तो ज़्यादा होंदे ने जी। जे आप गल करिए इंडेक्सिस, बायोग्राफीज, एब्सट्रैक्ट, स्टेट ऑफ द आर्ट,
रिव्यू, ट्रेटाइज, प्रबंधन ग्रंथ, बुक्स, बायोग्राफीज, स्टोरीज जो है प्रोसीजर, थ्योरीज, डिक्शनरीज, ये सारे किन्हां तो तैयार होंगे ने, ये मूल प्रलेख तो तैयार होंगे ने, ਤਾਂ ਇਹਨਾਂ ਨੂੰ ਸੈਕੰਡਰੀ ਸਰੋਤ ਦੀ ਸ਼੍ਰੇਣੀ ਦੇ ਵਿੱਚ ਇਹਨਾਂ ਨੂੰ ਜੋ ਹੈ ਰੱਖਿਆ ਜਾਂਦਾ ਹੈ ਜੀ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਇਸ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ, ਇਸ ਦੇ ਵਿੱਚ ਆਉਂਦਾ ਹੈ ਇਨਸਾਈਕਲੋਪੀਡੀਆ, ਹੈਂਡਬੁੱਕਸ, ਮੈਨੂਅਲ, ਫੈਕਟਸ ਔਨ ਫਾਈਲ, ਕਰੰਟ ਕੰਟੈਕਸਟ, ਇਹ ਯੂਨੀਅਨ ਕੈਟਲੌਗ, ਇੰਡੈਕਸਿੰਗ ਪੀਰੀਓਡਿਕਲਸ, ਮੋਨੋਗ੍ਰਾਫਸ, ਟੈਕਸਟ ਬੁੱਕ, ਇਹ ਲਗਭਗ ਇਹੋ ਜਿਹੇ ਪ੍ਰਲੇਖ ਨੇ ਜੋ ਪ੍ਰਾਇਮਰੀ ਤੋਂ ਇਹਨਾਂ ਦਾ ਨਿਰਮਾਣ ਹੁੰਦਾ ਹੈ ਜੀ। ਅੱਗੇ ਗੱਲ ਕਰੀਏ ਆਪਾਂ ਤੀਜੇ ਪ੍ਰਕਾਰ ਦੇ ਸਰੋਤ। ਤੀਜੇ ਸਰੋਤ ਉਹ ਸੂਚਨਾ ਸਰੋਤ ਹੁੰਦੇ ਨੇ ਜੋ ਪਹਿਲੇ ਅਤੇ ਦੂਜੇ ਦੋਹਾਂ ਤੋਂ ਮਿਲਾ ਕੇ ਜਿਹੜੇ ਬਣਦੇ ਨੇ ਉਹ ਤੀਜੇ ਪ੍ਰਕਾਰ ਦੇ ਸੂਚਨਾ ਸਰੋਤ ਹੁੰਦੇ ਨੇ। ਇਸ ਦੇ ਵਿੱਚ ਕੀ ਸ਼ਾਮਿਲ ਕੀਤਾ ਜਾਂਦਾ ਹੈ? ਇਸ ਦੇ ਵਿੱਚ ਡਾਇਰੈਕਟਰੀਜ਼, ਈਅਰ ਬੁੱਕ, ਬਿਬਲੀਓਗ੍ਰਾਫੀ ਆਫ ਬਿਬਲੀਓਗ੍ਰਾਫੀ, ਜਿਸ ਨੂੰ ਕਾਰਟੋਗ੍ਰਾਫੀ ਵੀ ਕਿਹਾ ਜਾਂਦਾ ਹੈ, ਇਹ ਸਾਰੇ ਸੂਚਨਾ ਦੇ ਤੀਜੇ ਸਰੋਤ ਦੀ ਸ਼੍ਰੇਣੀ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ। ਅੱਗੇ ਇਸ ਦੇ ਵਿੱਚ ਆਪਾਂ ਗੱਲ ਕਰੀਏ, ਇਸ ਦੇ ਵਿੱਚ ਆ ਰਿਹਾ ਹੈ ਜੋ ਹੈ ਉਹ ਹੈ ਗਾइड टू ऑर्गेनाइजेशन, गाइड टू लिटरेचर, ट्रांसलेशन ऑफ डॉक्यूमेंट्स, ग्लोब, वर्ल्ड ऑफ लर्निंग, ये सारे सूचना के तीजे प्रकार के प्रलेख हैं। ये वर्ल्ड ऑफ लर्निंग की है, ये डायरेक्टरी निर्देशिका है जो लंदन तो प्रकाशित होती है। इसका पहला संस्करण 1947 ईस्वी में प्रकाशित किया गया सी अते ये एनुअल वार्षिकी है। इसका प्रकाशन यूरोपा पब्लिकेशन द्वारा किया जाता है। वर्ल्ड ऑफ लर्निंग का हर एक KVS यूनिवर्सिटी का फेवरेट क्वेश्चन है। इस तो इलावा गल करिए लिस्ट ऑफ नॉन डॉक्यूमेंटरी सोर्सेस ऑफ इन्फॉर्मेशन, ये जो सोर्सेस जो नॉन डॉक्यूमेंटरी के रूप में आते हैं, जो ये आप पढ़े से डॉक्यूमेंटरी रूप के सी, लेकिन नॉन डॉक्यूमेंटरी के वूमेंस, ऑर्गेनाइजेशंस, मास मीडिया, साइबर मीडिया, इंटरनेट, ये जो है ये नॉन डॉक्यूमेंटरी सोर्सेस के इन्हों शामिल किया जाता है। अगे गल करिए लिस्ट ऑफ इलैक्ट्रॉनिक सोर्सेस ऑफ इन्फॉर्मेशन, इलैक्ट्रॉनिक सोर्सेस रूप के आप गल करिए जिवें आप गल करिए ई बुक्स, ई जर्नल्स, ई थीसिस, ई डेटाबेस, इंटर रिसोर्स आर इनकलूडिड इन इलैक्ट्रॉनिक डेटाबेसिस, ये जो ई लग रहा है इलैक्ट्रॉनिक रूप के सारे इलैक्ट्रॉनिक सोर्स के जो है इन्हों शामिल किया जाता है। अज का साडा बहुत सोहना टॉपिक सी जो मैं तुहानूं पढ़ाया सूचना स्रोत। सारिਆਂ ਨੂੰ महेंद्र बिश्नोई वालों न्यून प्रणाम, नमस्कार, सत श्री अकाल।